ਜਿਹੜੀ ਜਾੜ ਦੇ ਉੱਤੇ ਔਰ ਦੰਦ ਦੇ ਉੱਤੇ ਕੀੜਾ ਲੱਗਿਆ ਹੁੰਦਾ ਉਹੀ ਇੱਥੇ ਹੁੰਦਾ ਜੀ। ਉਹ ਲੋਕੀ ਮੇਰੇ ਹਿਸਾਬ से ਪੰਜਾਬ ਤੋਂ ਪੂਰੇ ਇੰਡੀਆ ਤੋਂ ਪੂਰੇ ਵਰਲਡ ਚੋਂ ਆ ਕੇ ਉਰੇ ਕਰਾ ਕੇ ਜਾਂਦੇ ਨੇ। ਜਿਹੜੀ ਜੜ ਤੇ ਕੀੜਾ ਲੱਗਿਆ ਹੋਊਗਾ ਉਹ ਨੈਚੁਰਲੀ ਗੱਲ ਹੈ ਬਿਲਕੁਲ ਠੀਕ ਹੋਏਗੀ, ਕੋਈ ਐਸੀ ਗੱਲ ਨਹੀਂ ਹੈ। 101% ਅਸੀਂ ਗਰੰਟੀ ਚੱਕਦੇ ਹਾਂ ਜਦ ਤੱਕ ਬੰਦੇ ਦੀ ਲਾਈਫ ਹੈ ਤਦ ਤੱਕ ਉਸ ਜੜ ਨੂੰ ਕੁਝ ਨਹੀਂ ਹੋਏਗਾ। मैं 28 साल पहला आया सी इन्हां दे दादा जी को, उदों भी ठकवाई सी, बिल्कुल ठीक हो गई सी उदों दाड़ भी, ते हुण भी ऐ ते हुण भी मैं ठकवाई हैगी आ। पूरा इंडिया ਹੁਣ ਪਿੱਛੇ ਲੋਕ ਦਿੱਲੀ ਤੋਂ ਇੱਕ ਹਫਤਾ ਲਗਾਤਾਰ ਵਿਚਾਰਾ ਆਇਆ ਉਰੇ ਜਿਹੜਾ ਕਿ ਸਿਰਫ ਜਾ ਟਿਕਾਣ ਲਈ ਆਇਆ। ਮੰਤਰ ਦੇ ਨਾਲ ਹੀ ਇਹ ਜਿਹੜੀ ਦਾੜ ਜਿਹੜੀ ਆ ਤੁਹਾਡੀ ਕੀੜਾ ਲੱਗਾ ਹੈ ਦੰਦਾਂ ਤੇ ਤਾਂ ਉਹ ਠੀਕ ਕੀਤਾ ਜਾਂਦਾ ਵਾ। ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਨੇ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਿਆ ਤਾਂ ਸਵਾਦ ਗਿਆ। ਅਗਰ ਤੁਹਾਡੇ ਦੰਦ ਖਰਾਬ ਹੋ ਜਾਂਦਾ, ਦੰਦਾਂ ਦਾ ਨਾਲ ਚਬਾਣਾ ਜਿਹੜਾ ਵਾ ਮੁਸ਼ਕਲ ਹੋ ਜਾਂਦਾ ਵਾ, ਸਵਾਦ ਖਤਮ ਹੋ ਜਾਂਦਾ ਵਾ। ਸੋ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਾਰੇ ਡਾਕਟਰ ਬੈਠੇ ਨੇ ਇਸ ਦਾ ਇਲਾਜ ਕਰਨ ਦੇ ਲਈ, ਪਰ ਕਹਿੰਦੇ ਨੇ ਕਿ ਅਗਰ ਇੱਕ ਵਾਰ ਉਸ ਪਾਰਟ ਨੂੰ ਅਗਰ ਹਿਲਾ ਦਿੱਤਾ ਜਾਵੇ ਤਾਂ ਦੁਬਾਰਾ ਜਿਹੜਾ ਵਾ ਸਹੀ ਨਹੀਂ ਬੈਠਦਾ। ਸੋ ਲੁਧਿਆਣਾ ਦੇ ਵਿੱਚ ਇੱਕ ਐਸਾ ਸਥਾਨ ਆ ਜਿੱਥੇ ਦੰਦਾਂ ਦਾ ਇਲਾਜ ਫ੍ਰੀ ਅਤੇ ਦੇਸੀ ਢੰਗ ਦੇ ਨਾਲ ਕੀਤਾ ਜਾਂਦਾ ਵਾ। ਤੁਹਾਨੂੰ ਤਸਵੀਰ ਦਿਖਾ ਦਿੰਨੇ ਆ। ਸੋ ਇਹ ਠਾਕੁਰ ਦੁਆਰਾ ਵਾ, ਪੁਰਾਣਾ ਇਤਿਹਾਸ ਹੈ ਇਸ ਮੰਦਿਰ ਦਾ। ਸੋ ਇੱਥੇ ਜੋ ਦੰਦਾਂ ਦਾ ਇਲਾਜ ਫ੍ਰੀ ਅਤੇ ਕੁਝ ਸਕਿੰਟਾਂ ਦੇ ਵਿੱਚ ਕੀਤਾ ਜਾਂਦਾ ਵਾ। ਵੱਡੇ ਤੋਂ ਵੱਡੇ ਡਾਕਟਰ ਵੀ ਇਸ ਸਥਾਨ ਦੇ ਅੱਗੇ ਫੇਲ ਨੇ। ਸੋ ਪੁਰਾਣਾ ਇਤਿਹਾਸ ਚੱਲਦਾ ਆ ਰਿਹਾ ਵਾ, ਲੰਬੀ ਪੀੜ੍ਹੀਆਂ ਤੋਂ ਇੱਥੇ ਜਿਹੜੇ ਨੇ ਗੱਦੀ ਤੇ ਮਹੰਤ ਜੀ ਬੈਠੇ ਹੋਏ ਨੇ। ਸੋ ਦੰਦਾਂ ਦਾ ਇਲਾਜ ਜਿਹੜਾ ਵਾ ਉਹ ਇੱਕ ਕਿੱਲ ਠੋਕ ਕੇ ਕਰਦੇ ਨੇ। ਸੋ ਕਿੱਲ ਜਿਹੜਾ ਵਾ ਲੱਕੜੀ ਦੇ ਉੱਤੇ ਠੋਕਿਆ ਜਾਂਦਾ ਵਾ, ਉਸ ਦੇ ਉੱਤੇ ਸੈਂਕੜੋ ਪਰਚੀਆਂ ਲੱਗੀਆਂ ਹੋਈਆਂ ਨੇ। ਸੋ ਇਹ ਦੱਸਿਆ ਜਾਂਦਾ ਕਿ ਇਹ ਮੰਤਰ ਨੇ, ਕੋਈ ਵੀ ਅਗਰ ਵਿਅਕਤੀ ਆਂਦਾ ਵਾ ਉਸਨੇ ਕਿੱਲ ਚੱਕਣਾ ਵਾ, ਮਹੰਤ ਜੀ ਨੂੰ ਦੇਣਾ ਵਾ ਅਤੇ ਉਹ ਪਰਚੀ ਜਿਹੜੀ ਆ ਕਿੱਲ ਦੇ ਨਾਲ ਇਸ ਲੱਕੜੀ ਦੇ ਉੱਤੇ ਠੋਕ ਦਿੱਤੀ ਜਾਂਦੀ ਆ। ਸੋ ਇੱਥੇ ਮਹੰਤ ਜੀ ਵੀ ਬੈਠੇ ਨੇ, ਲੋਕ ਵੀ ਜਿਹੜੇ ਇੱਥੇ ਆਉਂਦੇ ਨੇ ਇਲਾਜ ਕਰਾਉਣ ਦੇ ਲਈ ਉਹ ਵੀ ਬੈਠੇ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਪਹਿਲਾਂ ਠਾਕੁਰ ਦੁਆਰੇ ਬਾਰੇ ਇਤਿਹਾਸ ਦੀ ਜਾਣਕਾਰੀ ਲੈ ਲੈਂਦੇ ਹਾਂ। ਮਨ ਜੀ ਪਹਿਲਾਂ ਠਾਕੁਰ ਦੁਆਰੇ ਬਾਰੇ ਇਤਿਹਾਸ ਦੀ ਜਾਣਕਾਰੀ ਦੇ ਦਿਓ, ਉਸ ਤੋਂ ਬਾਅਦ ਅਸੀਂ ਜੋ ਦੰਦਾਂ ਦਾ ਇਲਾਜ ਕੀਤਾ ਜਾਂਦਾ ਉਸ ਦੀ ਜਾਣਕਾਰੀ ਲਵਾਂਗੇ। ਜੈ ਸ਼੍ਰੀ ਰਾਮ ਜੀ। ਮੈਂ ਡੇਰਾ ਠਾਕੁਰ ਦੁਆਰਾ ਨੋਰੀਆ ਤੋਂ ਮਹੰਤ ਗੌਰਵਦਾਸ ਬਾਵਾ। ਇਹ ਡੇਰਾ ਜੀ ਠਾਕੁਰ ਦੁਆਰਾ ਨੋਰੀਆ ਆਪਣੇ ਠਾਕੁਰ ਜੀ ਦੇ ਨਾਮ ਤੋਂ, ਰਾਮ ਜੀ ਦੇ ਨਾਮ ਤੋਂ ਇਹਨਾਂ ਦਾ ਨਾਮ ਪਿਆ। ਜਿਹੜੇ ਰਾਮ ਜੀ ਸਾਡੇ ਜੀ ਉਰੇ ਸਾਂਵਲੇ ਕਲਰ ਦੇ ਰਾਮ ਜੀ ਆ ਜੀ, ਜਿਹੜੇ ਕਿ ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੋਣਗੇ। ਜਿੱਥੇ ਵੀ ਹੋਣਗੇ ਉਸ ਡੇਰਾ ਦਾ ਨਾਮ ਡੇਰਾ ਠਾਕੁਰ ਦੁਆਰਾ ਹੀ ਹੋਊਗਾ, ਹੋਰ ਕਿਤੇ ਨਹੀਂ ਹੋਊਗੇ। ਤੇ ਉਰੇ ਹਨੂੰਮਾਨ ਜੀ ਦੀ ਪ੍ਰਤਿਮਾ ਜਿਹਦੇ ਤੇ ਕਿ ਸਾਰੇ ਕਿਤੇ ਸੰਧੂਰ ਚੜ੍ਹਦਾ ਔਰ ਉਰੇ ਸਿੰਗਰਫ ਚੜ੍ਹਦੀ ਹੈ, ਜਿਹੜੀ ਕਿ ਸਾਡੀ ਮੰਗਲ ਔਰ ਸ਼ਨੀਵਾਰ ਦੀ ਜਿਹੜੀ ਬਾਬਾ ਜੀ ਦੇ ਸ਼ਿੰਗਾਰ ਦੀ ਜਿਹੜੀ ਅਸੀਂ ਲਿਖਦੇ ਹਾਂ ਵੇਟਿੰਗ ਚੱਲਦੀ ਪਈ ਆ, ਉਹ 1 ਸਾਲ ਦੀ ਵੇਟਿੰਗ ਚੱਲਦੀ ਪਈ। ਔਰ ਬਾਬਾ ਜੀ ਦੇ ਜਨਮ ਉਤਸਵ ਦੀ ਜਿਹੜੀ ਵੇਟਿੰਗ ਆ ਉਹ ਘੱਟੋ ਘੱਟ 10 ਤੋਂ 15 ਸਾਲ ਦੀ ਵੇਟਿੰਗ ਚੱਲਦੀ ਪਈ ਆ। ਇਹ ਠਾਕੁਰ ਦੁਆਰੇ ਦੇ ਵਿੱਚ ਇਹੀ ਹੈ ਜੀ ਮੇਨ, ਜਿਹੜਾ ਰਾਮ ਜੀ ਦਾ ਸਿੰਘਾਸਨ ਨਿਕਲਦਾ ਦੁਸ਼ਹਿਰਾ ਦ੍ਰੇਸੀ ਦੇ ਵਿੱਚ ਲੱਗਦਾ, ਮੇਲਾ ਲੱਗਦਾ, ਉਹ ਸਾਰਾ ਹੀ ਠਾਕੁਰ ਦੁਆਰੇ ਤੋਂ, ਇਤਿਹਾਸਿਕ ਦੁਸ਼ਹਿਰਾ ਜਿਹੜਾ ਦ੍ਰਿਸ਼ੀ ਲੱਗਦਾ ਦੁਸ਼ਹਿਰਾ ਉਹ ਸਾਰਾ ਹੀ ਠਾਕੁਰ ਦੁਆਰੇ ਤੋਂ ਹੀ ਆਯੋਜਿਤ ਹੁੰਦਾ ਹੈ। ਜਿਹੜੇ 10 ਦਿਨ ਸਿੰਘਾਸਨ ਨਿਕਲਦਾ ਉਹ ਠਾਕੁਰ ਦੁਆਰੇ ਤੋਂ ਜਾਂਦਾ ਹੈ, ਉਹ ਠਾਕੁਰ ਦੁਆਰੇ ਹੀ ਆ ਕੇ ਵਿਸ਼ਰਾਮ ਹੁੰਦਾ ਉਹਦਾ। ਮਨ ਜੀ ਹੁਣ ਆਪਾਂ ਦੰਦਾਂ ਦੇ ਇਲਾਜ ਦੇ ਬਾਰੇ ਆ ਜਾਂਦੇ ਆ। ਦੰਦਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ, ਕਿਹੜੇ ਕਿਹੜੇ ਇਲਾਜ ਜਿਹੜੇ ਉਹ ਇੱਥੇ ਦੰਦਾਂ ਦੇ ਕੀਤੇ ਜਾਂਦੇ, ਕਿਸ ਤਰ੍ਹਾਂ ਕੀਤੇ ਜਾਂਦੇ ਨੇ? ਪੂਰੇ ਜੀ ਦੰਦਾਂ ਦਾ ਇਲਾਜ ਜਿਹੜਾ ਹੈਗਾ ਜੀ ਉਹ ਸਿਰਫ ਜਿਹੜੀ ਜਾੜ ਦੇ ਉੱਤੇ ਔਰ ਦੰਦ ਦੇ ਉੱਤੇ ਕੀੜਾ ਲੱਗਿਆ ਹੁੰਦਾ ਉਹੀ ਇੱਥੇ ਹੁੰਦਾ ਜੀ। ਉਹ ਲੋਕੀ ਮੇਰੇ ਹਿਸਾਬ से ਪੰਜਾਬ ਤੋਂ ਪੂਰੇ ਇੰਡੀਆ ਤੋਂ ਪੂਰੇ ਵਰਲਡ ਚੋਂ ਆ ਕੇ ਉਰੇ ਕਰਾ ਕੇ ਜਾਂਦੇ ਨੇ, ਜਿਨ੍ਹਾਂ ਦਾ ਕਿ ਜੜ ਬਿਲਕੁਲ ਠੀਕ ਹੁੰਦੀ ਹੈ। ਜਿਹੜੀ ਦੰਦ ਜਾੜ ਦੇ ਵਿੱਚ ਕੀੜਾ ਲੱਗਦਾ, ਠੰਡਾ ਗਰਮ ਲੱਗਦਾ, ਉਹ ਅਸੀਂ ਉਰੇ ਕਰਦੇ ਹਾਂ ਠੀਕ, ਜਿਹਦੇ ਨਾਲ ਕਿ ਡਾਕਟਰਾਂ ਨੂੰ ਮੇਰੇ ਖਿਆਲ 'ਚ ਲੋਕੀ ਪਤਾ ਨਹੀਂ ਕਿੰਨੇ ਹਜ਼ਾਰਾਂ ਰੁਪਈਆ ਦੇ ਦਿੰਦੇ ਤਾਂ ਵੀ ਨਹੀਂ ਠੀਕ ਹੁੰਦੀ, ਪਰ ਸਾਡੇ ਕੋਲ ਆ ਜਾਓ, ਅਸੀਂ ਫ੍ਰੀ ਸੇਵਾ ਕਰਦੇ ਹਾਂ, ਉਹ ਬਿਲਕੁਲ ਠੀਕ ਹੁੰਦੀ ਆ। ਉਹ ਕਦੋਂ ਤੋਂ ਇਹ ਇਤਿਹਾਸ ਚੱਲਦਾ ਆ ਰਿਹਾ ਵਾ? ਸੈਂਕੜੋ ਪਰਚੀਆਂ ਜਿਹੜੀ ਮੈਂ ਦੇਖ ਰਿਹਾ ਕਿ ਲੱਕੜਾਂ ਦੇ ਉੱਤੇ ਲੱਗੀਆਂ ਹੋਈਆਂ ਨੇ, ਕਿੱਲ ਲੱਗੇ ਹੋਏ ਨੇ। ਸੋ ਕੀ ਹੈਗਾ ਥੋੜਾ ਦੱਸੋ, ਕਿੱਲ ਕਿਸ ਤਰ੍ਹਾਂ ਲੈ ਕੇ ਆਣਾ ਵਾ, ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਵਾ, ਕਿਸ ਤਰ੍ਹਾਂ ਲੋਕ ਤੁਹਾਡੇ ਨਾਲ ਇੱਥੇ ਇਲਾਜ ਕਰਾਉਣ ਆਉਂਦੇ ਨੇ? ਜਿਹੜਾ ਕਿੱਲ ਹੈ ਜੀ ਉਹ ਕਿੱਲ ਸਾਡੇ ਕੋਲੋਂ ਉਰੋਂ ਹੀ ਮਿਲ ਜਾਂਦਾ। ਜੇ ਕੋਈ ਨਹੀਂ ਲੈ ਕੇ ਆ ਸਕਦਾ ਅਸੀਂ ਉਰੋਂ ਦੇ ਦਿੰਦੇ ਹਾਂ ਕਿੱਲ ਉਹਨੂੰ, ਕੋਈ ਐਸੀ ਗੱਲ ਨਹੀਂ। ਇਹ ਜਿਹੜੀ ਜਾੜ ਦਾ ਵਾ ਜੀ ਇਹ ਮੇਰੇ ਖਿਆਲ ਦੇ ਵਿੱਚ ਸਾਡੇ ਹੀ ਗੱਦੀ ਦਾ ਜੱਦੀ ਪੁਸ਼ਤੀ ਚੱਲਦਾ ਆ ਰਿਹਾ। ਬਹੁਤ ਮਤਲਬ ਕਿ ਮੈਂ ਮੇਰੀ ਖੁਦ ਦੀ ਉਮਰ 39 ਸਾਲ ਦੀ ਹੋ ਗਈ ਔਰ ਮੇਰੇ ਫਾਦਰ ਸਾਹਿਬ ਹੈਗੇ ਆ, ਉਹਨਾਂ ਦੀ ਉਮਰ ਵੀ ਅੱਜ ਮੇਰੇ ਖਿਆਲ 'ਚ 67 ਸਾਲ ਦੀ ਉਮਰ ਹੋ ਗਈ ਆ। ਇਹ ਉਸ ਤੋਂ ਪਹਿਲਾਂ ਦਾ ਸਾਡੇ ਜੱਦੀ ਪੁਸ਼ਤੀ ਗੱਦੀ ਨੂੰ ਬਖਸ਼ ਹੈ, ਗੱਦੀ ਤੋਂ ਹੀ ਚੱਲਦਾ ਆ ਰਿਹਾ ਅੱਗੇ ਦੇ ਅੱਗੇ ਰੂਟੀਨ ਨਾਲ।
ਸੋ ਜਿਵੇਂ ਕਿ ਇਲਾਜ ਦੀ ਜਾਣਕਾਰੀ ਅਸੀਂ ਲਵਾਂਗੇ, ਕਿਸ ਤਰ੍ਹਾਂ ਇਹ ਠੀਕ ਕੀਤਾ ਜਾਂਦਾ ਵਾ। ਜਿਵੇਂ ਕਿ ਤੁਸੀਂ ਦੱਸਿਆ ਕਿ ਪਿਛੋਕੜ ਜਿਹੜਾ ਵਾ ਉਸ ਤੋਂ ਹੀ ਚੱਲਦਾ ਆ ਰਿਹਾ ਵਾ। ਸੋ ਇਹ ਕੀ ਪਰਚੇ ਦੇ ਉੱਤੇ ਲਿਖਿਆ ਹੋਇਆ ਵਾ, ਕਿਸ ਤਰ੍ਹਾਂ ਇਹ ਲੱਕੜ ਸਪੈਸ਼ਲ ਕੋਈ ਲੱਕੜ ਹੁੰਦੀ ਆ, ਦਾੜ ਕਿਸ ਤਰ੍ਹਾਂ ਠੀਕ, ਜਿਹੜੀ ਜਾੜ ਆ ਉਹ ਕਿਸ ਤਰ੍ਹਾਂ ਠੀਕ ਕੀਤੀ ਜਾਂਦੀ ਹੈ? ਨਹੀਂ, ਇਹ ਲੱਕੜ ਜਿਹੜੀ ਹੈਗੀ ਜੀ ਅੰਬ ਦੀ ਲੱਕੜ ਹੁੰਦੀ, ਨਰਮ ਲੱਕੜ ਹੁੰਦੀ ਹੈ। ਇਸ ਦੇ ਵਿੱਚ ਜਿਹੜਾ ਕੋਈ ਆਂਦਾ ਸਾਡੇ ਕੋਲ, ਅਸੀਂ ਉਹਦਾ ਨਾਮ ਪੁੱਛੀਦਾ, ਪਹਿਲਾਂ ਕਿੱਲੇ ਦੀ ਉਹਦਾ ਨਾਮ ਪੁੱਛ ਕੇ ਕਿੰਨੇ ਸਾਲ ਲਈ ਬੰਦ ਕਰਾਣੀ ਆ। ਫਿਰ ਉਹ ਕੁਝ ਵੀ ਅਕਸ਼ਰ ਬੋਲਦਾ, ਜਿਵੇਂ 50 ਤੋਂ ਨੀਚੇ 45 ਬੋਲਦਾ ਜਾਂ 30 ਬੋਲਦਾ, ਕੁਝ ਵੀ ਬੋਲਦਾ ਉਹਨੇ, ਉਹ ਲੈ ਕੇ ਅਸੀਂ ਉਹਦੀ ਉਂਗਲ ਜਾੜ ਤੇ ਰਖਵਾ ਕੇ ਅਸੀਂ ਇੱਥੇ ਠਾਕ ਦੇਣੀ ਆ। ਤੇ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦੇਣਾ ਕਿ ਬੱਚਿਆਂ ਨੂੰ ਟੌਫੀਆਂ ਦੇ ਦਿਓ। ਬਸ ਬੱਚਿਆਂ ਨੂੰ ਉਹਨਾਂ ਨੇ ਟੌਫੀਆਂ ਦੇਣੀਆਂ। ਉਸ ਤੋਂ ਬਾਅਦ ਉਹਨੇ ਬਿਲਕੁਲ ਜਾੜ ਨੂੰ ਫਰਕ ਪੈਣਾ ਸ਼ੁਰੂ ਹੋ ਜਾਏਗਾ, ਉਸੇ ਟਾਈਮ ਫਰਕ ਪੈਣਾ ਸ਼ੁਰੂ ਹੋ ਜਾਏਗਾ। ਸੋ ਜੀ ਕਿਸੇ ਨੇ ਵੀ ਆਣਾ ਤੇ ਉਹ ਇੱਕ ਕਿੱਲ ਚੱਕੇ ਤੋਂ ਦੱਸਦੇ ਕਿ ਕਿੰਨੀ ਦੇਰ ਲਈ ਇਹ ਬੰਦ ਕਰਾਣੀ ਹੈ, ਤੇ ਉੱਥੇ ਉਂਗਲ ਰੱਖਣੀ ਹੈ ਤੇ ਇੱਥੇ ਕਿੱਲ ਲਗਾ ਕੇ ਤੁਸੀਂ ਉਹ ਜਾੜ ਜਿਹੜੀ ਉਹ ਠੋਕ ਦੇਣੀ ਹੈ ਇੱਥੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਅਸੀਂ ਕਰਦੇ ਹਾਂ। ਤੇ ਇਹਦੇ ਨਾਲ ਬੰਦੇ ਦੀ ਜਾੜ ਨੂੰ ਜਿਹੜਾ ਹੈਗਾ ਬਿਲਕੁਲ ਫਰਕ ਪੈ ਜਾਂਦਾ, ਕੋਈ ਐਸੀ ਗੱਲ ਨਹੀਂ, ਠੀਕ ਹੋ ਜਾਂਦੀ ਹੈ। ਸੋ ਇਹ ਗਰੰਟਿਡ ਇਲਾਜ ਹੁੰਦਾ ਵਾ ਜੀ? ਦੇਖੋ ਜੀ, ਗਰੰਟੀ ਤਾਂ ਅਸੀਂ ਕਹਿ ਨਹੀਂ ਸਕਦੇ। ਅਦਰਵਾਈਜ਼ ਜਿਹਦੀ ਜਾੜ ਤੇ ਕੀੜਾ ਲੱਗਿਆ ਹੋਊਗਾ, ਮੈਂ ਬਾਰ-ਬਾਰ ਇੱਕ ਗੱਲ ਕਹਿ ਰਿਹਾ, ਜਿਹਦੀ ਜਾੜ 'ਚ ਪਸ ਪੈਂਦੀ ਹੋਊਗੀ ਉਸ ਦਾ ਇਲਾਜ ਨਹੀਂ ਹੋ ਰਿਹਾ। ਜਿਹੜੀ ਜੜ ਤੇ ਕੀੜਾ ਲੱਗਿਆ ਹੋਊਗਾ ਉਹ ਨੈਚੁਰਲੀ ਗੱਲ ਹੈ, ਬਿਲਕੁਲ ਠੀਕ ਹੋਏਗੀ, ਕੋਈ ਐਸੀ ਗੱਲ ਨਹੀਂ ਹੈ। 101% ਅਸੀਂ ਗਰੰਟੀ ਚੱਕਦੇ ਹਾਂ, ਜਦ ਤੱਕ ਬੰਦੇ ਦੀ ਲਾਈਫ ਹੈ ਤਦ ਤੱਕ ਉਸ ਜੜ ਨੂੰ ਕੁਝ ਨਹੀਂ ਹੋਏਗਾ। ਪਰ ਜੇ ਪਸ ਪਈ ਹੋਈ ਹੈ ਫਿਰ ਸਾਡੀ ਕੋਈ ਗਰੰਟੀ ਨਹੀਂ ਹੈ। ਸੋ ਇਹ ਦਾਵਾ ਕਰਦੇ ਨੇ ਮਹਾਂ ਜੀ ਕਿ ਜਿਹਦੀ ਦਾੜ ਤੇ ਕੀੜਾ ਲੱਗਾ ਹੋਵੇ, ਕਿਸੇ ਵੀ ਦੰਦ ਤੇ ਕੀੜਾ ਲੱਗਾ ਹੋਵੇ, ਉਸ ਨੂੰ ਠੀਕ ਕੀਤਾ ਜਾਂਦਾ, ਪਸ ਨੂੰ ਠੀਕ ਨਹੀਂ ਕੀਤਾ ਜਾਂਦਾ। ਸੋ ਇਹ ਹਜ਼ਾਰਾਂ ਹੀ ਪਰਚੀਆਂ ਲੱਗੀਆਂ ਹੋਈਆਂ ਨੇ। ਕਿੰਨੀਆਂ ਕੁ ਲੱਕੜਾਂ ਤੇ ਪਰਚੀਆਂ ਹੁਣ ਤੱਕ ਤੁਸੀਂ ਜਿਹੜੀ ਕਿੱਲ ਠੋਕ ਚੁੱਕੇ ਹੋ? ਇਸ ਦੀ ਗਿਣਤੀ ਦਾ ਕੋਈ ਵੀ ਨਹੀਂ ਹੈ ਜੀ, ਠੀਕ ਹੈ ਜੀ। ਕਿਉਂਕਿ ਮੇਰੇ ਹਿਸਾਬ ਸੇ ਦੇਖੋ ਜੀ, ਇੱਕ ਅੱਜ ਕੱਲ ਲੋਕਡਾਊਨ ਹੈ, ਲੋਕਡਾਊਨ ਕਰਕੇ ਮਹੀਨੇ 'ਚ ਇੱਕ ਦੀ ਲੱਕੜ ਭਰਦੀ ਹੈ ਜੀ, ਠੀਕ ਹੈ ਜੀ। ਲੋਕਡਾਊਨ ਤੋਂ ਇਲਾਵਾ ਮਹੀਨੇ 'ਚ 1.5 ਲੱਕੜ ਤਾਂ ਆਰਾਮ ਨਾਲ ਭਰ ਜਾਂਦੀ ਹੈ ਜੀ। ਬਲਕਿ ਦਿਨ ਦੇ ਵਿੱਚ ਤੁਹਾਨੂੰ ਮੈਂ ਕਹਿ ਰਿਹਾ ਕਿ 150 ਤੋਂ 200 ਬੰਦਾ ਅਪ ਡਾਊਨ ਕਰਨਾ ਕੋਈ ਆਸਾਨ ਗੱਲ ਨਹੀਂ ਆ। ਜਾ ਠਕਾਣ ਲਈ ਇਹਦਾ ਟਾਈਮ ਹੁੰਦਾ, ਜਿਵੇਂ ਸਵੇਰੇ 9 ਤੋਂ ਸ਼ਾਮੀ 5 5:30 ਵਜੇ ਤੱਕ, ਜਦ ਤੱਕ ਸੂਰਜ ਖੜਾ ਹੈ ਤਦ ਤੱਕ ਅਸੀਂ ਕਰਨਾ ਹੈ। ਜਦੋਂ ਸੂਰਜ ਨੇ ਅੰਦਰ ਬਾਹਰ ਹੋਣਾ ਸ਼ੁਰੂ ਹੋਣਾ ਅਸੀਂ ਬਿਲਕੁਲ ਬੰਦ ਕਰ ਦੇਣਾ, ਫਿਰ ਅਸੀਂ ਨਹੀਂ ਕਰਨਾ ਬਿਲਕੁਲ ਨੂੰ। ਇਹ ਸੂਰਜ ਖੜੇ ਖੜੇ ਹੁੰਦਾ ਜੀ ਸਾਡਾ ਕੰਮ, ਸੂਰਜ ਛਿਪਣ ਤੋਂ ਬਾਅਦ ਨਹੀਂ ਅਸੀਂ ਕਰਦੇ, ਇਹ ਸੂਰਜ ਖੜੇ ਖੜੇ ਹੀ ਹੁੰਦਾ ਬਸ। ਸੋ ਇਹ ਲੱਕੜੀ ਹੈ ਜਿਹੜੀ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ 1 ਮਹੀਨੇ ਦੇ ਵਿੱਚ ਇਹ ਪੂਰੀ ਲੱਕੜੀ ਜਿਹੜੀ ਆ ਭਰ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ, ਆਰਾਮ ਨਾਲ ਉਸ ਤੋਂ ਬਾਅਦ ਇਸ ਦਾ ਕੀ ਕੀਤਾ ਜਾਂਦਾ ਵਾ? ਹੁਣ ਜਿਵੇਂ ਤੁਸੀਂ ਇੱਥੇ ਪਰਚੀਆਂ ਲਾਈਆਂ ਹੋਈਆਂ, ਮੇਰੇ ਖਿਆਲ ਹਜ਼ਾਰਾਂ ਦੀ ਤਾਦਾਦ 'ਚ ਪਰਚੀਆਂ ਲੱਗੀਆਂ ਹੋਈਆਂ ਨੇ, ਲੱਕੜਾਂ ਪਈਆਂ ਹੋਈਆਂ ਨੇ, ਕੀ ਕਰਦੇ ਹੋ ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਇਹਨੂੰ ਜਲ ਪ੍ਰਵਾਹ ਕਰ ਦਈਦਾ ਜੀ, ਜਲ ਪ੍ਰਵਾਹ ਕਰ ਦਈਦਾ ਕਿ ਬੰਦੇ ਦੇ ਜਿਹੜਾ ਜਾੜ ਠਕਾਈ ਹੈ ਪ੍ਰਭੂ ਦੀ ਕਿਰਪਾ ਕਰਨ ਬਿਲਕੁਲ ਠੀਕ ਹੋਵੇ ਬਸ। ਸੋ ਇੱਕ ਵਾਰੀ ਅਸੀਂ ਤਸਵੀਰ ਦੇਖਾਂਗੇ, ਬਹੁਤ ਸਾਰੇ ਲੋਕ ਬੈਠੇ ਨੇ, ਜਾੜ ਜਿਹੜੀ ਆ ਉਹ ਸੈੱਟ ਕਰਵਾਉਣ ਆਏ ਨੇ। ਸੋ ਤਰੀਕਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ, ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ। ਸੋ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਬੈਠੇ ਨੇ, ਜਾੜ ਜਿਹੜੀ ਠੀਕ ਕਰਾਉਣ ਆਏ ਨੇ। ਸੋ ਇੱਥੇ ਕੋਈ ਵੀ ਜਿਹੜੇ ਨੇ ਠੀਕ ਕਰਾਉਣੇ ਇੱਥੇ ਬੈਠ ਸਕਦੇ ਨੇ। ਸੋ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਵਾ। ਸੋ ਇਹ ਕਿੱਲ ਲੈ ਕੇ ਆਏ ਨੇ, ਉਹ ਕਿੱਲ ਮੰਤ ਜੀ ਨੇ ਦਿੱਤਾ। ਸੋ ਤਸਵੀਰ ਦੇਖ ਰਹੇ ਹੋ, ਉਮਰ ਪੁੱਛੀ ਗਈ ਆ ਕਿੰਨੇ ਸਾਲ ਦੇ ਲਈ ਇਹ ਬੰਦ ਕਰਾਣੀ ਆ। ਤੋਂ ਉਸ ਤੋਂ ਬਾਅਦ ਜਾੜ ਤੇ ਉਂਗਲ ਰਖਾ ਦਿੱਤੀ ਗਈ ਤੇ ਦੂਸਰੀ ਤਰਫ ਲੱਕੜੀ ਦੇ ਉੱਤੇ ਪਰਚੀ ਸਮੇਤ ਜਿਹੜਾ ਕਿੱਲ ਜਿਹੜਾ ਵਾ ਉਹ ਠੋਕ ਦਿੱਤਾ ਗਿਆ ਵਾ। ਸੋ ਇਹ ਤੁਸੀਂ ਦੇਖ ਸਕਦੇ ਹੋ। ਸੋ ਵਿਅਕਤੀ ਨੇ ਕਿੱਲ ਘਰੋਂ ਲੈ ਕੇ ਆਏ ਨੇ, ਸੋ ਇੱਧਰ ਮਹੰਤ ਜੀ ਨੂੰ ਦਿੱਤਾ ਜਾ ਰਿਹਾ ਵਾ। नाम क्या है? कितने साल के लिए बंद करानी? 15 साल। उंगली उसको दांत के ऊपर। ਸੋ ਦੰਦ ਤੇ ਉਂਗਲ ਰੱਖੀ ਆ। ਸੋ ਕਿੱਲ ਅਤੇ ਪਰਚੀ ਜਿਹੜੀ ਆ ਉਹ ਲੱਕੜੀ ਦੇ ਠੋਕ ਦਿੱਤੀ ਗਈ ਆ। 10 साल के छोटे बच्चों ਨੂੰ ਟੌਫੀ ਦੇ ਦਿਓ। ਸੋ ਕਿਹਾ ਜਾਂਦਾ ਵਾ ਕਿ ਦਾਵਾ ਕਰਦੇ ਨੇ ਕਿ ਇਸ ਦੇ ਨਾਲ ਜਿਹੜਾ ਵਾ ਦੰਦ ਜਿਹੜੇ ਨੇ ਉਹ ਸੈੱਟ ਹੋ ਜਾਂਦੇ ਨੇ, ਦੁਬਾਰਾ ਦਰਦ ਨਹੀਂ ਹੁੰਦੀ। ਜਿੰਨੇ ਦੇਰ ਲਈ ਤੁਸੀਂ ਕਿਹਾ ਵਾ ਉਨੀ ਦੇਰ ਤੱਕ ਇਹ ਦਰਦ ਨਹੀਂ ਹੋਵੇਗੀ। ਸੋ ਗੱਲਬਾਤ ਕਰ ਲੈਂਦੇ ਆ। ਦਾੜ ਜਿਹੜੀ ਆ ਸੈੱਟ ਕਰਵਾਈ ਆ, ਕਿਹੜੀ ਜਗ੍ਹਾ ਤੋਂ ਆਏ ਹੋ, ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ, ਜਾੜ ਤੁਸੀਂ ਆਪਣੀ ਸੈੱਟ ਕਰਵਾਈ ਹੈ? ਮੈਂ ਮਲੇਰੀ ਕਿਲੇ ਚੋਂ ਆਇਆ ਜੀ, ਤੇ ਕੀ ਮੈਂ ਨਾਮ ਹੈ ਤੁਹਾਡਾ? ਪ੍ਰਵੀਨ ਕੁਮਾਰ ਜੀ। ਮੈਂ 28 ਸਾਲ ਪਹਿਲਾਂ ਆਇਆ ਸੀ ਇਹਨਾਂ ਦੇ ਦਾਦਾ ਜੀ ਕੋਲ, ਉਦੋਂ ਵੀ ਠਕਵਾਈ ਸੀ, ਬਿਲਕੁਲ ਠੀਕ ਹੋ ਗਈ ਸੀ ਉਦੋਂ ਦਾੜ ਵੀ, ਤੇ ਹੁਣ ਵੀ ਐ, ਤੇ ਹੁਣ ਵੀ ਮੈਂ ਠਕਵਾਈ ਹੈਗੀ ਆ। ਸੋ ਕਿਸ ਤਰ੍ਹਾਂ ਪਹਿਲਾਂ ਜਿਹੜੀ ਠੁਕਵਾਈ ਸੀ ਦਾੜ ਉਹ ਠੀਕ ਹੋ ਗਈ ਸੀ ਤੁਹਾਡੀ? ਬਿਲਕੁਲ ਠੀਕ ਹੋ ਗਈ ਸੀ ਮੇਰੀ ਦਾੜ, ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ। ਇੱਕ ਦਵਾਈ ਠਕਵਾਈ ਸੀ, ਮੁੜ ਕੇ ਆਪਣੀ ਜਾੜ ਨਹੀਂ ਦਰਦ ਕਰਦੀ। ਉਹ ਤਾਂ ਹੁਣ ਆਇਆ ਮੈਂ ਉਸ ਤੋਂ ਬਾਅਦ। ਜਾੜ ਸੈੱਟ ਕਰਵਾਈ ਤੁਸੀਂ? ਹਾਂ, ਜਾੜ ਸੈੱਟ ਕਰਾਈ ਹੈ। ਉਹਦੇ ਬਾਅਦ ਹੁਣ ਦੂਸਰੀ ਦਾੜ ਹੋਈ ਆ, ਉਹ ਸੈੱਟ ਕਰਾਈ ਹੈ ਇਹਨਾਂ ਕੋਲ। ਸੋ ਹੁਣ ਦੂਸਰੀ ਆਈ ਹੈ, ਉਸ ਨੂੰ ਸੈੱਟ ਕਰਾਉਣਾ ਹੈ? ਹਾਂਜੀ ਹਾਂਜੀ, ਦੂਸਰੀ ਨੂੰ ਜੀ। ਸੋ ਇਹ ਕਿਸ ਤਰ੍ਹਾਂ ਤੁਸੀਂ ਕੀ ਕਿਹਾ ਇਹਨਾਂ ਨੂੰ ਅੱਗੇ ਕੀ ਜਾੜ ਸੈੱਟ ਕਰਵਾਉਣੀ ਹੈ? ਮੈਂ ਉਹਨਾਂ ਨੂੰ ਇਹੀ ਕਿਹਾ ਕਿ ਵੀ ਮੇਰੇ ਦਾੜ ਦਰਦ ਕਰਦੀ ਹੈਗੀ ਹੈ, ਤੇ ਦਾੜ
ਕਿਉਂਕਿ 28 ਸਾਲ ਪਹਿਲਾਂ ਵੀ ਆਇਆ ਸੀਗਾ ਤੇ ਉਦੋਂ ਵੀ ਮੇਰੀ ਠੀਕ ਹੋ ਗਈ ਸੀ। ਹੁਣ ਦੂਸਰੀ ਦਾੜ ਹੈਗੀ ਹੈ ਤੇ ਇਹਨਾਂ ਨੇ ਮੈਨੂੰ ਕਿਹਾ ਕਿੱਲ ਲੈ ਲਓ, ਮੈਂ ਕਿੱਲ ਦੇਤੀ। ਇਹਨਾਂ ਨੇ ਮੈਨੂੰ ਨਾਮ ਪੁੱਛਿਆ, ਮੈਂ ਨਾਮ ਦੱਸਤਾ ਆਪਣਾ ਤੇ ਇਹਨਾਂ ਨੇ ਕਿੱਲ ਠੋਕਤੀ ਤੇ ਇਹਨਾਂ ਨੇ ਕਿਹਾ ਕਿ ਵੀ ਬਾਅਦ ਚ ਬੱਚਿਆਂ ਨੂੰ ਟੋਫੀ ਵੰਡ ਦਿਓ। ਬਸ ਯਕੀਨ ਪੂਰਾ ਹੁੰਦਾ ਕਿ ਇੱਥੋਂ ਠੀਕ ਹੋ ਜਾਂਦੀ ਹੈ? ਪੂਰਾ ਯਕੀਨ ਹੈ ਜੀ, ਪੂਰਾ ਡਾਕਟਰੀ ਯਕੀਨ। ਕਦੀ ਇਲਾਜ ਕਰਾਇਆ ਦੰਦਾਂ ਦਾ? ਨਹੀਂ ਡਾਕਟਰੀ ਨਹੀਂ ਕਰਾਇਆ ਜੀ, ਬਿਲਕੁਲ ਵੀ ਡਾਕਟਰੀ ਇਹਨਾਂ ਕੋਲ ਹੀ ਕਰਾਇਆ ਮੈंने। ਹਾਂ ਬਿਲਕੁਲ ਠੀਕ ਹੁੰਦੀ ਜੜ, ਕੋਈ ਦਿੱਕਤ ਨਹੀਂ ਹੈ। ਸੋ ਕੁਝ ਹੋਰ ਲੋਕ ਵੀ ਬੈਠੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ। ਤੁਸੀਂ ਕੀ ਕਰਾਣਾ ਹੈ? ਦਾੜ ਡੁਬਾਣਾ ਹੈ ਜੀ। ਕੀ ਪ੍ਰੋਬਲਮ ਕੀ ਹੈ? ਦਾੜ ਦਰਦ ਹੁੰਦੀ ਆ ਤੇ ਪਹਿਲੀ ਵਾਰੀ ਹੋਈ ਤੁਹਾਡੇ ਦਰਦ? ਹਾਂਜੀ ਹਾਂਜੀ। ਤੇ ਨਾਲੇ ਪਹਿਲਾਂ ਕਦੀ ਡਾਕਟਰ ਨੂੰ ਦਿਖਾਇਆ? ਨਹੀਂ ਪੂਰਾ ਯਕੀਨ ਹੈ ਕਿ ਇੱਥੋਂ ਠੀਕ ਹੋ ਜੂਗੀ। ਤੇ ਇਹਨਾਂ ਨੇ ਸਾਨੂੰ ਕਿਹਾ ਕਿ ਬੱਚਿਆਂ ਨੂੰ 10 ਸਾਲ ਤੋਂ ਛੋਟੇ ਬੱਚਿਆਂ ਨੂੰ ਮਿੱਠਾ ਵੰਡੋ ਤੇ ਦਾੜ ਯਕੀਨ ਹੈ ਕਿ ਠੀਕ ਹੋ ਜੂਗੀ। ਸੋ ਦਾੜ ਠੀਕ ਹੋ ਜਾਏਗੀ? ਹਾਂਜੀ ਹਾਂਜੀ। ਸੋ ਇਹ ਲੋਕ ਨੇ ਗੱਲਬਾਤ ਕਰ ਰਹੇ ਹਾਂ ਅਸੀਂ। ਸੋ ਇਹ ਕਿੱਲ ਪਏ ਨੇ। ਸੋ ਇਹ ਕਿੱਲ ਜਿਹੜਾ ਵਾ ਤੁਸੀਂ ਇੱਥੋਂ ਚੱਕਣਾ ਵਾ, ਜਦੋਂ ਤੁਸੀਂ ਅੰਦਰ ਐਂਟਰ ਹੋਣਾ ਵਾ ਠਾਕੁਰ ਦੁਆਰੇ, ਇਹ ਕਿੱਲ ਚੱਕਣਾ ਵਾ। ਉਧਰ ਮਹੰਤ ਜੀ ਬੈਠੇ ਨੇ, ਗੱਦੀ ਤੇ ਬੈਠੇ ਹੋਏ ਨੇ, ਦਾਵਾ ਕਰਦੇ ਨੇ ਕਿ ਇਸ ਲੱਕੜੀ ਦੇ ਉੱਤੇ ਕਿੱਲ ਤੇ ਪਰਚੀ ਜਿਹੜੀ ਆ ਉਹ ਲਗਾ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਾੜ ਜਿਹੜੀ ਆ ਸੈੱਟ ਹੋ ਜਾਏਗੀ। ਸੋ ਗੱਲਬਾਤ ਕਰ ਲੈਂਦੇ ਆ। ਸਰ ਕਿਹੜੀ ਜਗ੍ਹਾ ਤੋਂ ਆਏ ਹੋ? ਕਿੰਨੀ ਦੇ? ਹਾਂਜੀ ਬੜੇ ਮੰਤ ਜੀ। ਅੱਛਾ, ਬੜੇ ਮਨ ਜੀ ਆ। ਸੋ ਤੁਸੀਂ ਵੀ ਪਹਿਲਾਂ ਇੱਕ ਇਲਾਜ ਕਰਦੇ ਰਹਿੰਦੇ ਹੋਣੇ ਆ, ਕਿਸ ਤਰ੍ਹਾਂ ਇਹ ਪੀੜੀ ਦਰ ਪੀੜੀ ਚੱਲ ਰਿਹਾ ਵਾ? ਸਾਡੇ ਸਦੀਆਂ ਤੋਂ ਚੱਲੇ ਆ ਰਿਹਾ, ਯਾਨੀ ਕਿ 4 ਪੀੜ੍ਹੀਆਂ ਤਾਂ ਮੈਂ ਦੇਖ ਲਈਆਂ। ਦਾਦਾ ਜੀ ਹੋ ਗਏ, ਡੈਡੀ ਹੋ ਗਏ, ਮੈਂ ਹੋ ਗਿਆ, ਅੱਗੇ ਬੇਟਾ। ਮੇਰੀ ਉਮਰ ਇਸ ਵੇਲੇ 66 ਸਾਲ ਦੀ ਆ। ਇਹ ਸਾਡੀ ਜੱਦੀ ਪੁਸ਼ਤੀ ਚੱਲੀ ਆ ਰਹੀ ਹੈ। ਇਹ ਬਖਸ਼ ਆ ਸਾਡੀ ਗੱਦੀ ਨੂੰ। ਦੰਦ ਦੀ ਪ੍ਰੋਬਲਮ, ਕੋਈ ਵੀ ਕੀੜਾ ਲੱਗਿਆ ਹੋਵੇ, ਜਾੜ ਕਾਲੀ ਹੁੰਦੀ ਹੋਵੇ, ਖੋੜ ਪਈ ਹੋਈ ਹੋਵੇ, ਉਹਦਾ ਇਲਾਜ ਹੈਗਾ। ਜਿੱਦਾਂ ਖੋੜ ਪਈ ਦੀ ਆ, ਆਪਣਾ ਕਿਲਾ ਕੇ ਚੱਲ ਜਾਂਦਾ ਆਦਮੀ, ਉਹ ਉੱਥੇ ਹੀ ਰੁਕ ਜਾਏਗੀ, ਅੱਗੇ ਨਹੀਂ ਵਧੇਗੀ। ਕੀੜਾ ਹੋਏਗਾ ਉਹ ਉੱਥੇ ਉਹ ਖਤਮ ਹੋ ਜਾਣਾ। ਯਾਨੀ ਕਿ ਇਹਦਾ ਇਹ ਇਲਾਜ ਆ। ਪਸ ਵਗੈਰਾ ਪਈ ਹੋਵੇ ਉਹਦਾ ਕੁਛ ਨਹੀਂ ਆ, ਸਿਰਫ ਸਾਡੇ ਉਰੇ ਗੱਦੀ ਤੇ ਕੀੜੇ ਦਾ ਇਲਾਜ ਆ। ਕੀੜੇ ਦਾ ਇਲਾਜ ਹੈਗਾ? ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਕੁਛ ਅੰਦਾਜ਼ਾ? ਦੇਖੋ ਮੈਂ ਦੱਸੀ ਜਾ ਰਿਹਾ, 66 ਸਾਲ ਦੀ ਉਮਰ ਤਾਂ ਮੇਰੀ ਹੋ ਗਈ, ਮੈਨੂੰ ਦੇਖਦਿਆਂ ਨੂੰ ਹੋ ਗਏ। ਤੁਹਾਡੇ ਦਾਦੇ ਕਰਦੇ ਸੀ, ਉਸ ਤੋਂ ਪਿਤਾ ਦਾਦਾ ਜੀ? ਜੀ ਕਰਦੇ ਸੀ, ਪੜਦਾਦਾ ਜੀ ਕਰਦੇ ਸੀਗੇ। ਇਹ ਮੇਰੇ ਪੜਦਾਦਾ ਜੀ ਆ। ਸੋ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ। ਪੜਦਾਦਾ ਜੀ ਮਹੰਤ ਰਾਮ ਸਰਨਦਾਸ ਜੀ ਸੋ ਉੱਪਰ ਬੈਠੇ ਨੇ। ਇਹ ਦਾਦਾ ਜੀ ਤੁਹਾਡੇ? ਇਹ ਪੜਦਾਦਾ ਜੀ। ਇਹ ਪੜਦਾਦਾ ਜੀ ਤੁਹਾਡੇ? ਇਹ ਆਪਣੇ ਪਰੇ ਮਹੰਤ ਮਥਰਾ ਦਾ ਜੀ, ਇਹ ਦਾਦਾ ਜੀ ਹੈ ਮੇਰੇ। ਸੋ ਇਹ ਮਹੰਤ ਮਥਰਾ ਦਾਸ ਜੀ, ਇਹ ਦਾਦਾ ਜੀ, ਅੱਗੇ ਪਿਤਾ ਜੀ ਇਹ ਪਿਤਾ ਜੀ ਆ। ਨੰਦ ਕਿਸ਼ੋਰ ਦਾਸ ਜੀ। ਸੋ ਦੱਸ ਰਹੇ ਨੇ ਕਿ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਵਾ। ਸੋ ਇਹ ਪਰਚੀ ਦੇ ਉੱਤੇ ਕੀ ਲਿਖਿਆ ਹੁੰਦਾ ਵਾ? ਚੀਆਂ ਤੇ ਜੀ ਇਹ ਸਾਡਾ ਮੰਤਰ ਆ। ਇਹ ਸਾਡਾ ਮੰਤਰ ਸਿੱਧ ਹੋਇਆ ਦਾ ਜਦੋਂ ਗੱਦੀ ਨੂੰ ਬਖਸ਼ ਹੋਈ ਸੀ, ਉਹ ਅਸੀਂ ਲਿਖੀ ਦਾ ਪਰਚੀ ਤੇ। ਜਿਹੜਾ ਬੰਦਾ ਜਾਹ ਠਕਵਾਉਣ ਲਈ ਆਂਦਾ ਉਹਦਾ ਨਾਮ ਪੁੱਛੀਦਾ ਤੇ ਕਿੰਨੇ ਸਾਲ ਲਈ ਅੱਗੇ ਨੂੰ ਕਰਵਾਉਣੀ ਹੈ। ਅਗਲਾ 5 10 ਕੋਈ 20 ਕੋਈ 25 ਕੋਈ 40, ਜਿੰਨੇ ਸਾਲ ਦੀ ਉਹ ਕਹਿੰਦਾ ਉਹਨੂੰ ਕਹੀਦਾ ਆਪਣੇ ਜਿਹੜੀ ਜਾੜ ਦਰਦ ਕਰ ਰਹੀ ਆ ਉੱਤੇ ਉਂਗਲੀ ਰੱਖ ਲੈ। ਉਸ ਤੋਂ ਬਾਅਦ ਅਸੀਂ ਲੱਕੜ ਦੇ ਵਿੱਚ ਕਿੱਲ ਗੱਡ ਦੇਣੀ ਆ। ਉਦੋਂ ਬਾਅਦ ਉਹਨੂੰ ਕਹਿਣਾ ਬੱਚਿਆਂ ਨੂੰ ਪ੍ਰਸ਼ਾਦ ਬਣਦੀ, ਮਿੱਠੀ ਜੀ ਕੋਈ ਵੀ ਬਣਦੀ, ਗੋਲੀਆਂ ਬਣਦੇ। ਕਿੰਨੇ ਸਾਲ ਦੇ ਲਈ ਠਕਵਾਉਣੀ ਹੈ? ਹਾਂ, ਟੋਫੀਆਂ 2-4 ਬੱਚਿਆਂ ਨੂੰ ਬਣ ਦੇਵੇ। ਉਹ ਨਹੀਂ ਕਿੰਨੇ ਜਿੰਨੇ ਸਾਲ ਦੀ ਉਹਨੇ ਠਕਾਣੀ ਸੀ ਉਹ ਤਾਂ ਉਹਨੇ ਕਹਿਤਾ, ਉਹ ਤਾਂ ਅਸੀਂ ਕਰਤਾ। ਅੱਛਾ, ਅੱਗੇ ਜਾਣੀ ਕਿ ਜਿਹੜੀ ਸਾਡੀ ਉਹ ਹੈਗੀ ਆ ਉਹਨਾਂ ਕੋਲੋਂ ਕਰਵਾਉਣਾ ਵੀ ਇਹ ਬੱਚਿਆਂ ਨੂੰ ਮਿੱਠਾ ਵੰਡਣਾ ਜ਼ਰੂਰੀ ਹੈ। ਇਹ ਕਾਰਨ ਕੀ ਹੁੰਦਾ ਬੱਚਿਆਂ ਨੂੰ ਮਿੱਠਾ ਵੰਡਣ ਨਾਲ ਕਿ ਦਾੜ ਜਿਹੜਾ ਅੱਗੇ ਨਾ ਖਰਾਬ ਹੋਵੇ? ਦੇਖੋ ਇਹਦੇ ਵਿੱਚ ਬਹੁਤ ਗਲਤਾਂ ਆਉਂਦੀ ਆ। ਇੱਕ ਤਾਂ ਜਿਹੜਾ ਅਸੀਂ ਕੰਮ ਕਰਦੇ ਆ ਇਹਦਾ ਅਸਰ ਸਾਡੇ ਤੇ ਵੀ ਪੈਂਦਾ। ਅਸੀਂ ਉਹਦਾ ਇੱਕ ਤਰ੍ਹਾਂ ਦਾ ਢਾਲਾ ਕਰਵਾ ਦਈਦਾ ਅੱਗੇ। ਜੇ ਉਹ ਬੱਚਿਆਂ ਨੂੰ ਨਹੀਂ ਵੰਡੇਗਾ ਜਾਨ ਨੇ ਠੀਕ ਨਹੀਂ ਹੋਣਾ। ਨਹੀਂ ਠੀਕ ਹੋਣੀ। ਹਾਂਜੀ, ਯਾਨੀ ਕਿ ਬੱਚਿਆਂ ਨੂੰ ਮਿੱਠਾ ਬਣਨਾ ਹੀ ਬਣਨਾ। ਇਹ ਇਸ ਤੋਂ ਬਾਅਦ ਠੀਕ ਹੋ ਜਾਏਗੀ। ਹਾਂਜੀ, ਤੇ ਉਸ ਤੋਂ ਬਾਅਦ ਲੱਕੜੀਆਂ ਜਿਹੜੀਆਂ ਜਲ ਪ੍ਰਵਾਹ ਕਰ ਦਿੰਦੇ ਨੇ ਇੱਥੇ ਲੱਕੜੀਆਂ ਜਲ ਪ੍ਰਵਾਹ ਕਰਦੀ ਨੇ। ਬਾਕੀ ਇੱਕ ਹੋਰ ਗੱਲ, ਜਿਹਨੇ ਜਾਹ ਠਕਵਾਉਣੀ ਹੈ ਉਹ ਯਾਨੀ ਕਿ ਮੰਦਿਰ ਦੀ ਬਾਉਂਡਰੀ ਦੇ ਵਿੱਚ ਨਹੀਂ ਰਹਿ ਸਕਦਾ। ਉਹ ਗੇਟ ਤੋਂ ਬਾਹਰ ਜਾਏਗਾ। ਜੇ ਅਗਲਾ ਉਰੇ ਵਿੱਚ ਦਾ ਵੀ ਹੈ, ਜੇ ਕਹਿੰਦੇ ਵੀ ਮੈਂ ਜਾਹ ਠਕਵਾਈ ਹੈ, ਮੈਂ ਉਰੇ ਰੁਕ ਜਾਵਾਂ ਘੰਟਾ, ਉਹਦੀ ਜਾੜ ਨਹੀਂ ਠੀਕ ਹੋਣੀ। ਉਹ ਯਾਨੀ ਕਿ ਮੰਦਿਰ ਦੀ ਬਾਉਂਡਰੀ ਚੋਂ ਬਾਹਰ ਜਾਣਾ ਪੈਂਦਾ ਉਹਨੂੰ। ਅੱਛਾ, ਜਦੋਂ ਇਲਾਜ ਕੀਤਾ ਤਾਂ ਉਹਨੇ ਮੰਦਿਰ ਤੋਂ ਬਾਹਰ ਚੱਲ ਜਾਣਾ? ਬਾਹਰ ਚੱਲ ਜਾਣਾ ਪ੍ਰੋਪਰ। ਜੇ ਮੰਦਿਰ ਦੇ ਵਿੱਚ ਰੁਕਿਆ ਰਹੇ ਤਾਂ ਠੀਕ ਨਹੀਂ ਹੈ? ਉਹ ਫੇਰ ਠੀਕ ਨਹੀਂ ਹੋਣੇ। ਉਹ ਯਾਨੀ ਕਿ ਫਿਰ ਅਸਰ ਉਰੇ ਦਾ ਉਰੇ ਹੀ ਰਹਿ ਜਾਣਾ।
ਸੋ ਮਨ ਜੀ ਕਿੱਥੋਂ ਕਿੱਥੋਂ ਲੋਕ ਹੁਣ ਆਉਂਦੇ ਨੇ, ਜਿਵੇਂ ਦੱਸ ਰਹੇ ਨੇ ਕਿ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਵਾ, ਜੇ ਅੰਦਾਜ਼ਾ ਲਾਇਆ ਜਾਵੇ ਤਾਂ 150 ਸਾਲ ਪੁਰਾਣੇ ਤੁਸੀਂ ਹੈਗੇ ਹੋ, ਤੇ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ? ਲੋਕ ਜੀ ਤੁਹਾਨੂੰ ਮੈਂ ਦੱਸ ਰਿਹਾ ਕਿ ਲੁਧਿਆਣਾ, ਪੂਰਾ ਪੰਜਾਬ, ਪੂਰਾ ਇੰਡੀਆ। ਹੁਣ ਪਿੱਛੇ ਲੋਕ ਦਿੱਲੀ ਤੋਂ ਇੱਕ ਹਫਤਾ ਲਗਾਤਾਰ ਵਿਚਾਰਾ ਆਇਆ ਉਰੇ, ਜਿਹੜਾ ਕਿ ਸਿਰਫ ਜਾਹ ਟਿਕਾਣ ਲਈ ਆਇਆ। ਬੰਬੇ ਤੋਂ ਲੋਕ ਉਰੇ ਆਉਂਦੇ, ਜਿਹੜੇ ਨਾਲ ਜੈਨ ਧਰਮਸ਼ਾਲਾ ਹੈ, ਉਰੇ 1-2 ਦਿਨ ਰੁਕ ਕੇ ਆਪਣੀ ਜਾੜ ਨੂੰ ਠੀਕ ਕਰਵਾ ਕੇ, 1 ਜਾਂ 2 ਜਾੜਾਂ ਹੁੰਦੀਆਂ ਉਹ ਠੀਕ ਕਰਵਾ ਕੇ ਫਿਰ ਜਾਂਦੇ ਨੇ ਵਾਪਸ। ਲੋਕੀ ਤਾਂ ਫੋਰਨ ਤੋਂ ਵੀ ਆਉਂਦੇ, ਜਿਹੜੇ ਫੋਰਨ ਤੋਂ ਉਰੇ ਆਉਂਦੇ ਨੇ, ਬਾਈ ਚਾਂਸ ਉਰੇ ਆਏ ਨੇ, ਹਫਤਾ 10 ਦਿਨ ਲਈ ਰਹਿਣ ਲਈ ਆਏ, ਮਹੀਨੇ ਲਈ ਆਏ, ਉਹ ਉਰੇ ਆ ਕੇ ਆਪਣੀ ਜਾੜ ਠੀਕ ਕਰਾ ਕੇ ਜਾਂਦੇ ਨੇ। ਉਹ ਸਾਨੂੰ ਖੁਦ ਦੱਸਦੇ ਕਿ ਅਸੀਂ ਆਸਟ੍ਰੇਲੀਆ ਤੋਂ ਆਏ ਆ ਜੀ, ਸਿਰਫ ਜਾਹ ਟਿਕਾਣ ਲਈ ਆਏ ਆ, ਅਸੀਂ ਉਰੇ ਆਏ ਸੀ, ਨਾਲੇ ਮਿਲ ਕੇ ਚਲੇ ਗਏ, ਨਾਲੇ ਅਸੀਂ ਆਪਣੀ ਜਾਹ ਟਿਕਾਣ ਆਏ ਆ ਸਪੈਸ਼ਲ। ਸੋ ਇੱਕ ਦਿਨ 'ਚ ਤੁਸੀਂ ਇੱਕ ਠੀਕ ਕਰਦੇ ਹੋ ਕਿ ਹਾਂਜੀ, ਇੱਕ ਦਿਨ ਦੇ ਵਿੱਚ ਇੱਕ ਬੰਦੇ ਦੀ ਇੱਕ ਹੀ ਹੋਣੀ ਹੈ, ਦੋ ਨਹੀਂ ਜਿਵੇਂ ਜਿਵੇਂ ਸੋ ਜੇ ਦੇਖਿਆ ਜਾਵੇ ਤਾਂ ਜੇ ਮੇਰੇ ਦੰਦਾਂ 'ਚ 3 ਦੰਦਾਂ ਨੂੰ ਕੀੜਾ ਲੱਗਾ ਹੈ ਤਾਂ ਉਹ ਇੱਕ ਇੱਕ ਕਰਕੇ ਇੱਕ ਦਿਨ 'ਚ ਠੀਕ ਹੋਣਾ? ਹਾਂ, ਉਹ ਤੁਹਾਨੂੰ 3 ਦਿਨ ਆਣਾ ਪਏਗਾ, 3 ਦਿਨ ਆਣਾ ਪਏਗਾ। ਇੱਕ ਦਿਨ 'ਚ ਅਸੀਂ ਇੱਕ ਹੀ ਕਰਨੀ ਆ, 3 ਦਿਨ ਆਣਾ ਪਏਗਾ। 3 ਦਿਨ ਆ ਕੇ ਕਰਵਾ ਜੋ, ਬਿਲਕੁਲ ਠੀਕ ਹੋ ਜਾਏਗਾ, ਕੋਈ ਐਸੀ ਗੱਲ ਨਹੀਂ। ਸੋ ਇੱਕ ਲੱਕੜੀ ਤੇ ਕਿੰਨੀਆਂ ਕੁ ਪਰਚੀਆਂ ਜਿਹੜੀਆਂ ਲੱਗ ਜਾਂਦੀਆਂ ਨੇ? ਕੋਈ ਆਈਡੀਆ ਨਹੀਂ, ਨਹੀਂ ਆਈਡੀਆ। ਆ ਤੁਹਾਡੇ ਸਾਹਮਣੇ ਆ, ਦੇਖ ਲਓ। ਕੋਈ ਗੈਸ ਨਹੀਂ ਕਰ ਸਕਦੇ ਆਪਾਂ ਕਿ ਇਹ 'ਚ 1000 ਲੱਗੂ ਕਿ 2000 ਲੱਗੂ, ਕਿਉਂਕਿ ਇੱਕ ਛੋਟੀ ਜਿਹੀ ਕਿੱਲ ਹੁੰਦੀ ਆ ਤੇ ਆਪਾਂ ਗੈਸ ਕਰ ਹੀ ਨਹੀਂ ਸਕਦੇ ਕਿੰਨੀਆਂ ਕਿੱਲਾਂ ਠੁਕ ਜੂਗੀਆਂ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸੋ ਇਹ ਲੱਕੜੀ ਦੇ ਉੱਤੇ ਪਰਚੀਆਂ, ਕਿੱਲ ਲੱਗੇ ਹੋਏ ਨੇ, ਔਰ ਇਹ ਮੰਤਰ ਦੇ ਨਾਲ ਹੀ ਇਹ ਜਿਹੜੀ ਦਾੜ ਜਿਹੜੀ ਆ ਤੁਹਾਡੀ ਕੀੜਾ ਲੱਗਾ ਹੈ ਦੰਦਾਂ ਤੇ, ਤਾਂ ਉਹ ਠੀਕ ਕੀਤਾ ਜਾਂਦਾ ਵਾ। ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਵਾ। ਸੋ ਦਾਅਵਾ ਕੀਤਾ ਜਾਂਦਾ ਕਿ ਹਜ਼ਾਰਾਂ ਲੋਕ ਜਿਹੜੇ ਨੇ ਇੱਥੇ ਆਪਣੇ ਦੰਦ ਜਿਹੜੇ ਨੇ ਠੀਕ ਕਰਾ ਕੇ ਆਏ ਨੇ। ਸੋ ਤੁਸੀਂ ਇੱਕ ਵਾਰ ਫਿਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ, ਦੰਦ ਜਿਹੜੇ ਨੇ ਠੀਕ ਕਰਵਾਉਣ ਆਏ ਨੇ। ਸੋ ਕਿੱਲ ਜਿਹੜਾ ਵਾ ਦਿੱਤਾ ਗਿਆ ਵਾ। ਕਿੰਨੇ ਸਾਲ ਲਈ ਬੰਦ ਕਰਾਣੀ, ਕਿੰਨੇ ਸਾਲ ਲਈ ਬੰਦ ਕਰਾਣੀ, ਜਾਂ ਤਾਂ ਨੀਚੇ ਨੀਚੇ ਕੋਈ ਵੀ ਅਕਸ਼ਰ ਬੋਲ ਦੋਗੇ। ਸੋ ਇਹ ਪੁੱਛਿਆ ਜਾ ਰਿਹਾ ਕਿ ਕਿੰਨੇ ਸਾਲ ਦੇ ਲਈ ਬੰਦ ਕਰਾਣੀ ਆ। ਸੋ ਦੰਦ ਤੇ ਉਂਗਲ ਰਖਵਾ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਧਰ ਕਿੱਲ ਜਿਹੜਾ ਵਾ ਉਹ ਠੋਕ ਦਿੱਤਾ ਜਾਂਦਾ ਵਾ। ਸੋ ਇਹ ਦੰਦਾਂ ਦਾ ਇਲਾਜ ਜਿਹੜਾ ਵਾ ਮੰਤਰਾਂ ਰਾਹੀਂ ਜਿਹੜਾ ਵਾ ਕੀਤਾ ਜਾਂਦਾ ਵਾ। ਤੁਹਾਡੇ ਦੰਦ ਤੇ ਅਗਰ ਕੀੜਾ ਲੱਗਾ ਵਾ ਤਾਂ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਵਾ ਉਹ ਖਤਮ ਹੋ ਜਾਂਦਾ ਵਾ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਠਾਕੁਰ ਦੁਆਰੇ ਦੀਆਂ, ਜਿੱਥੇ ਦੰਦਾਂ ਦਾ ਇਲਾਜ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ। ਦੰਦ ਤੇ ਤੁਹਾਡੇ ਕੀੜਾ ਵਾ, ਸਿਰਫ ਕੀੜੇ ਦਾ ਇਲਾਜ ਕੀਤਾ ਜਾਂਦਾ ਵਾ। ਪਸ ਹੈਗੀ ਉਸ ਦਾ ਇਲਾਜ ਨਹੀਂ ਇੱਥੇ ਹੁੰਦਾ, ਸਿਰਫ ਕੀੜਾ ਵਾ। ਕੀੜਾ ਤੁਹਾਡੇ ਜਾੜ ਤੇ ਲੱਗਾ ਹੋਵੇ, ਦੰਦ ਤੇ ਲੱਗਾ ਹੋਵੇ, ਤਾਂ ਉਹ ਇੱਥੇ ਆ ਕੇ ਤੁਸੀਂ ਸਿਰਫ ਇੱਕ ਕਿੱਲ ਲੈਣਾ ਵਾ, ਮਹੰਤ ਜੀ ਨੂੰ ਕਿੱਲ ਦੇ ਦੇਣਾ ਵਾ, ਤੇ ਉਹ ਕਿੱਲ ਜਿਹੜਾ ਵਾ ਲੱਕੜੀ ਦੇ ਉੱਤੇ ਇੱਕ ਪਰਚੀ ਦੇ ਨਾਲ ਠੋਕ ਦਿੱਤਾ ਜਾਂਦਾ ਵਾ, ਤੇ ਉਸ ਤੋਂ ਬਾਅਦ ਜਿਹੜਾ ਵਾ ਤੁਹਾਡਾ ਇਲਾਜ ਜਿਹੜਾ ਵਾ ਉਹ ਕੀਤਾ ਜਾਂਦਾ ਵਾ। ਸੋ ਇਹ ਦਾਅਵਾ ਕਰਦੇ ਨੇ ਕਿ ਇੱਥੇ ਹਜ਼ਾਰਾਂ ਲੋਕ ਆਉਂਦੇ ਨੇ ਔਰ ਕਿੱਲ ਦਿੰਦੇ ਨੇ। ਪਰਚੀ ਦੇ ਉੱਤੇ ਇੱਕ ਮੰਤਰ ਲਿਖਿਆ ਹੁੰਦਾ ਵਾ, ਉਹ ਲੱਕੜੀ ਦੇ ਉੱਤੇ ਪਰਚੀ ਤੇ ਕਿੱਲ ਜਿਹੜਾ ਵਾ ਠੋਕ ਕੇ ਇਲਾਜ ਫ੍ਰੀ ਅਤੇ ਸਕਿੰਟਾਂ ਦੇ ਵਿੱਚ ਜਿਹੜਾ ਵਾ ਉਹ ਕੀਤਾ ਜਾਂਦਾ ਵਾ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ।